ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਰਾਏ ਬਿਸਾਲੀ। ਪਹਿਲਾ। ਰਾਜ ਭਵਨ ਬਿਸਾਲੀ ਵਿੱਚ ਰਾਏ ਜੀ ਇਕਾਂਤ ਬੈਠੇ ਹਨ। ਕੁਝ ਡੂੰਘੀਆਂ ਸੋਚਾਂ ਵਿੱਚ ਹਨ ਕਿ ਚੌਬਦਾਰ ਨੇ ਆ ਕੇ ਆਖਿਆ, ਵਜ਼ੀਰ ਸਾਹਿਬ ਆਏ ਹਨ। ਰਾਏ ਨੇ ਪਹਿਲਾਂ ਤਾਂ ਸੁਣੀ ਨਾ, ਫਿਰ ਸੁਣੀ ਤਾਂ ਸਮਝੀ ਨਾ, ਫਿਰ ਸਮਝੀ ਤਾਂ ਕਿਹਾ, ਅੱਛਾ ਆਉਣ ਦਿਓ। ਵਜ਼ੀਰ ਆਇਆ, ਨਮਸਕਾਰ ਕੀਤੀ, ਚਰਨਾਂ ਵਿੱਚ ਬਹਿ ਗਿਆ ਤੇ ਆਖਣ ਲੱਗਾ, ਆਪ ਆਰਾਮ ਵਿੱਚ ਬੈਠੇ ਸੋ, ਮੈਂ ਕੋਈ ਸੋਚ ਲੈ ਕੇ ਆਇਆ ਹਾਂ ਤੇ ਸੋਚ ਇਸ ਵੇਲੇ ਹਜ਼ੂਰ ਦੇ ਧਿਆਨ ਦੀ ਮੁਤਾਜ ਹੋ ਕੇ ਆਈ ਹੈ, ਇਸ ਕਰਕੇ ਕੁਵੇਲੇ ਮੈਂ ਆ ਖੇਚਲ ਦਿੱਤੀ ਹੈ। ਰਾਏ, ਜੇ ਤੋਖਲੇ ਵਾਲੀਆਂ ਗੱਲਾਂ ਦੀ ਆਗਤ ਭਾਗਤ ਸੋਚਾਂ ਦੇ ਤੋਸ਼ਿਆਂ ਨਾਲ ਤੁਸੀਂ ਨਾ ਕਰੋ ਤਾਂ ਕੌਣ ਕਰੇ। ਰਾਜ ਭਾਗ ਹੈ ਤਾਂ ਬਰਕਤ, ਪਰ ਇਹ ਬਰਕਤ ਸਿਰ ਪੀੜ ਦੀ ਝੋਲੀ ਵਿੱਚ ਵਸਦੀ ਹੈ। ਉਧਰ ਜਹਾਨ ਦੀ ਵਡਿਆਈ ਰਾਜਾ ਦੇ ਚਰਨ ਪੁੱਜਣ ਨੂੰ ਉੱਠ ਤੋੜਦੀ ਹੈ, ਉਧਰ ਜ਼ਮਾਨੇ ਦੇ ਤੋਖਲਿਆਂ ਦੇ ਪੈਰ ਰਾਜਾ ਦੇ ਮਸਤਕ ਨਾਲ ਠੋਕਰਦੇ ਹਨ। ਫਿਰ ਇੱਕੋ ਸੋਚ ਹੀ ਤਾਂ ਹੈ ਇਸ ਦੇ ਹੱਥ। ਸੋਚਦਿਆਂ ਤਾਂ ਸੋਚ ਸਿਰ ਪੀੜ ਚਾੜਦੀ ਹੈ, ਪਰ ਮੁਸ਼ਕਲਾਂ ਦੀ ਨਦੀ ਨੂੰ ਇਹੋ ਹੀ ਤਰ ਨਿਕਲਦੀ ਹੈ। ਹਾਂ, ਕਹੋ ਨਵੀਂ ਆਈ ਸੋਚ ਦੀ ਮੁਤਾਜ ਗੱਲ। ਵਜ਼ੀਰ, ਠੀਕ ਆਖਦੇ ਹੋ, ਪਰ ਜਿਸ ਹਾਸੇ ਖੇਡੇ ਤੇ ਕਾਵੇ ਦੀ ਵਕਤਰਤਾ ਨਾਲ ਤੁਸੀਂ ਤੋਖਲਿਆਂ ਦੀ ਜੀ ਆਇਆਂ ਤੇ ਵਿਦੈਗੀ ਦੀ ਪ੍ਰਾਹੁਣਾਚਾਰੀ ਨਿਭਾਉਂਦੇ ਹੋ, ਉਹ ਤੁਸਾਂ ਨੂੰ ਹੀ ਫਬਦੀ ਹੈ। ਰਾਜਨੀਤੀ ਤੇ ਕਾਵੇ ਰਸ ਤੁਸਾਂ ਹੀ ਇੱਕ ਮਿਆਨੇ ਪਾ ਕੇ ਪਹਿਨੇ ਹਨ। ਹਾਂ ਜੀਓ, ਪਾਰ ਮਚ ਰਹੇ ਘੋਰ ਸੰਗਰਾਮ ਵਿੱਚੋਂ ਭੀਮ ਚੰਦ ਦਾ ਗੁਪਤ ਦੂਤ ਆਇਆ ਹੈ, ਗੁਪਤ ਸੰਦੇਸ਼ਾ ਲੈ ਕੇ। ਰਾਏ ਤ੍ਰਭਕ ਕੇ, ਕੀ ਹੈ ਸੰਦੇਸ਼ਾ? ਕਿਸੇ ਦੇ ਨਚਾਏ ਨਚ ਰਹੀਆਂ ਪੁਤਲੀਆਂ ਦਾ। ਅਹੋ ਅਦੋਗਤੀ, ਅੱਗੇ ਤਾਂ ਰਾਜ ਤਖਤ ਸੂਲਾਂ ਦੀ ਛੇਜਾ ਕਹੀਦੀ ਸੀ ਤੇ ਰਾਜ ਦਾ ਤਾਜ ਸਿਰ ਪੀੜ ਦਾਤਾ ਬੱਜਾ ਕਹੀਦਾ ਸੀ, ਪਰ ਹੁਣ ਤਾਂ ਰਾਜ ਗੁਲਾਮੀ ਦਾ ਤੌਕ ਹੋ ਗਿਆ ਹੈ। ਹਾਂ, ਕੀ ਸੰਦੇਸ਼ਾ ਹੈ ਗੋਲੇ ਰਾਜਿਆਂ ਦਾ? ਵਜ਼ੀਰ, ਸੰਦੇਸ਼ਾ ਇਹ ਹੈ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਮੈਦਾਨ ਵਿੱਚ ਹੈ। ਉੱਪਰਲੇ ਤੇ ਪੂਰਬਲੇ ਪਾਸੇ ਵੱਲੋਂ ਅਸਾਂ ਸਾਰੇ ਰਾਜਿਆਂ ਘੇਰ ਰੱਖਿਆ ਹੈ ਤੇ ਹੇਠੋਂ ਸੂਬੇ ਸਰਹੰਦ ਨੇ ਸੈਨਾ ਨਾਲ ਘੇਰ ਲਿਆ ਹੈ। ਭਾਵੇਂ ਲੜ ਅਸਾਂ ਨਾਲ ਉਹ ਸੁਰਮਗਤੀ ਨਾਲ ਰਿਹਾ ਹੈ ਕਿ ਜਿਸ ਦੀ ਆਸ ਕਦੇ ਨਹੀਂ ਸੀ ਤੇ ਜੋ ਪੜ੍ਹੀ ਸੁਣੀ ਹੈ ਡਿੱਠੀ ਨਹੀਂ ਸੀ ਕਦੇ, ਤਦ ਵੀ ਅਸੀਂ ਅੜੇ ਖੜੇ ਹਾਂ। ਜੇ ਕਦੇ ਪੱਛੋਂ ਵੱਲੋਂ ਨਦੀ ਪਾਰ ਹੋ ਤੁਸੀਂ ਆ ਲੜੋ ਤਾਂ ਚੁਫੇਰਿਓਂ ਵੱਧ ਕੇ ਵਿੱਚ ਘੇਰ ਕੇ ਨਪੀੜ ਕਤੀਏ ਤਾਂ ਉੱਠ ਰਹੀ ਅਗਨੀ, ਜਿਸਨੇ ਸਾਰਾ ਬੰਨ ਸਾੜ ਕੱਤਣਾ ਹੈ, ਅੱਜੋ ਹੀ ਹਿੱਸ ਕੇ ਸਦਾ ਦੀ ਨੀਂਦਰੇ ਸੌਂ ਸਕਦੀ ਹੈ। ਰਾਏ, ਠੰਡਾ ਸਾਹ ਲੈ ਕੇ, ਹਾਂ ਸੋਚ ਕੇ, ਹਾਂ ਮੱਥੇ ਉੱਤੇ ਅੰਗੂਠੇ ਤੇ ਪਹਿਲੀ ਉਂਗਲ ਨਾਲ ਚੂੰਡੀ ਭਰ ਕੇ, ਠੀਕ, ਅੱਖਾਂ ਮੀਟ ਕੇ, ਫਿਰ ਤੱਕ ਕੇ, ਹਾਂ ਸੌਂ ਸਕਦੀ ਹੈ ਸਦਾ ਦੀ ਨੀਂਦਰੇ। ਫਿਰ ਤੁਸਾਂ ਕੀ ਵਿਚਾਰ ਕੀਤੀ ਹੈ? ਵਜ਼ੀਰ, ਸਾਡਾ ਇਸ ਜੰਗ ਵਿੱਚ ਸੂਬਾ ਸਰਹੰਦ ਦੀ ਕੁਮਕ ਤੇ ਨਾ ਜਾਣਾ ਭਾਵੇਂ ਉਸ ਵੰਗਾਰਿਆ ਨਹੀਂ, ਚੰਗਾ ਤਾਂ ਨਹੀਂ ਹੈ ਨਾ, ਪਰ ਇਸ ਬਲ ਦੇ ਅਲਾਂਬੇ ਵਿੱਚ ਆਪੇ ਛਾਲ ਮਾਰ ਦੇਣੀ ਵੀ ਰਾਜਨੀਤੀ ਨਹੀਂ ਹੈ। ਪਰੰਤੂ ਹੁਣ ਦਾ ਸਦਾ ਚਾਹੋ ਗੁਪਤ ਹੈ, ਜੇ ਖਾਲੀ ਮੁੜੇ ਤਾਂ ਭਾਈਚਾਰੇ ਵਿੱਚ ਸੁਬਕੀ ਹੈ ਤੇ ਸੂਬੇ ਦੀਆਂ ਅੱਖਾਂ ਵਿੱਚ ਕੋਤਾਹੀ ਗਿਣੀ ਜਾਵੇਗੀ। ਰਾਏ, ਠੀਕ, ਮੱਥਾ ਕੁੱਟ ਕੇ, ਇਹ ਤਾਂ ਹੋਈਆਂ ਨਾ ਮੁਸ਼ਕਲਾਂ, ਇਹਨਾਂ ਦਾ ਉਪਰਾਲਾ ਕੀ ਲੱਭਾ ਨੇ? ਵਜ਼ੀਰ ਝਿਜਕ ਕੇ, ਨਾ ਕਰੀਏ, ਕੁਝ ਦਿਖਾਵਾ ਕਰ ਦਈਏ, ਵਿੱਚੋਂ ਕੁਝ ਨਾ ਕਰੀਏ। ਰਾਏ, ਕਿਵੇਂ? ਅੱਖਾਂ ਮੀਟ ਕੇ ਤੇ ਚਿਹਰੇ ਤੇ ਰੰਗ ਵਟੀਜ ਕੇ, ਹਾਂ ਕਿਵੇਂ? ਵਜ਼ੀਰ, ਇਸ ਨੂੰ ਤਾਂ ਕਹੀਏ ਹਾਂ ਤੇ ਕੱਲ ਕੁਝ ਫੌਜ ਲੈ ਕੇ ਚਲੀਏ ਪਾਰ। ਗੁਰੂ ਜੀ ਨੂੰ ਮੈਂ ਗੁਪਤ ਗੱਲ ਸਮਝਾ ਦਿਆਂ ਕਿ ਅਸਾਂ ਲੜਨਾ ਨਹੀਂ, ਤੁਸੀਂ ਸਾਡਾ ਫਿਕਰ ਨਾ ਕਰੋ ਤੇ ਦੋਹੀਂ ਪਾਸੀ ਰਹਿ ਆਵੇ। ਰਾਏ, ਦੋਹੀਂ ਪਾਸੀ ਰਹਿ ਆਵੇ? ਹਾਂ, ਹੁੰਦੇ ਦੋ ਹੀ ਪਹਿਲੂ ਹਨ। ਹੱਲ ਇਹੋ ਖਿਆਲੀ ਦਾ ਹੈ ਕਿ ਦੋਹੀਂ ਪਾਸੀ ਰਹਿ ਆਵੇ, ਪਰ ਰਹਿ ਆਉਂਦੀ ਨਹੀਂ ਤੇ ਅਕਸਰ ਦੋਹੀਂ ਪਾਸੀ ਹੀ ਗੁਆਚ ਜਾਂਦੀ ਹੈ। ਹਾਂ, ਇੱਕ ਪਾਸੇ ਹੋਇਆਂ ਇੱਕ ਪਾਸੇ ਰਹਿ ਆਉਂਦੀ ਹੈ, ਪਰ ਇਹ ਨੀਤੀ ਨਹੀਂ।
ਨੀਤੀ ਹੈ ਉੱਪਰੋਂ ਥੱਥਾ ਮੰਮਾ ਤੇ ਵਿੱਚੋਂ ਅਟੰਗ ਦੁਵਲਿਓਂ। ਹਾਂ ਵਜ਼ੀਰ, ਰਾਜਪੂਤ ਹਾਂ ਅਸੀਂ, ਕੁਝ ਸਾਡਾ ਨਾਮੜਾ ਹੈ, ਸੂਰਬੀਰਤਾ ਦਾ, ਕੁਝ ਭਲਿਆਈ ਦਾ, ਬੜੀ ਕਠਿਨਤਾ ਹੈ। ਵਜ਼ੀਰ, ਉਹ ਰਾਜਪੂਤੀਆਂ ਗਈਆਂ, ਹੁਣ ਤਾਂ ਤੋਖਲੇ ਹਨ ਕਿ ਕਿਵੇਂ ਰਾਜ ਬਚ ਰਹਿਣ। ਜਿਸ ਮੁੱਲੇ ਬਚਣ ਸੋ ਬਚਣ। ਤਾਣ ਹੁੰਦਾ ਹੈ ਏਕੇ ਵਿੱਚ, ਰਲ ਬਹਿਣ ਵਿੱਚ। ਸੈਂਕੜੇ ਰਾਜੇ, ਹਿੰਦੂ ਰਾਜੇ ਸਾਰੇ ਇਕੱਠੇ ਹੋ ਜਾਣ ਤਾਂ ਚੁੱਕਤਾ ਕੀ ਹੈ। ਪਰ ਮਾਰਿਆ ਸਾਨੂੰ ਸਵਾਰਥ ਨੇ, ਵੱਖ ਵਖੇਵਿਆਂ ਨੇ। ਰਾਏ, ਠੀਕ, ਪਰ ਫਿਰ ਕਿੰਜ ਕਰੀਏ? ਇਹ ਕਹਿ ਕੇ ਰਾਜੇ ਨੇ ਨੈਣ ਬੰਦ ਕਰ ਲਏ। ਵਜ਼ੀਰ, ਮੈਨੂੰ ਤਾਂ ਉਹ ਸੁੱਝੀ ਹੈ। ਰਾਏ, ਭਲਾ ਜੇ ਗੁਰੂ ਜੀ ਸਾਡੇ ਸੰਦੇਸ਼ੇ ਤੇ ਯਕੀਨ ਨਾ ਕਰਨ, ਕਿਉਂਕਿ ਮੇਰੇ ਭਰਾ ਰਾਜੇ ਕਈ ਵਾਰ ਝੂਠੀਆਂ ਸੁਗੰਧਾਂ ਕਰ ਚੁੱਕੇ ਹਨ ਤੇ ਨਦੀ ਠਿਲਦਿਆਂ ਹੀ ਸਾਡੇ ਤੇ ਟੁੱਟ ਪੈਣ, ਤਾਂ ਅਸੀਂ ਤਾਂ ਮਾਰੇ ਗਏ ਭੰਗ ਦੇ ਪਹਾੜੇ ਫੇਰ। ਵਜ਼ੀਰ ਸੋਚ ਕੇ, ਤੇ ਅਸੀਂ ਪਾਰ ਉਤਰੀਏ ਹੀ ਤਾਂ ਜੇ ਮੈਂ ਪਹਿਲਾਂ ਗੁਰੂ ਜੀ ਨੂੰ ਸਮਝਾਵਾਂ, ਬਚਨ ਲੈ ਆਵਾਂ। ਅਸੀਂ ਤਾਂ ਝੂਠ ਨੂੰ ਰਾਜਨੀਤੀ ਦੀ ਨੀਂਹ ਸਮਝਦੇ ਹਾਂ, ਪਰ ਉਹ ਤਾਂ ਰੱਬ ਵਾਲੇ ਹਨ। ਜੋ ਕਹਿੰਦੇ ਹਨ ਪੱਥਰ ਤੇ ਲੀਕ ਹੁੰਦਾ ਹੈ, ਉਹ ਤਾਂ ਕੌਲੋਂ ਕਦੇ ਨਹੀਂ ਫਿਰਨ ਲੱਗੇ। ਰਾਏ, ਠੀਕ ਹੈ, ਪਰ ਸਾਨੂੰ ਵੀ ਹੋਰਨਾਂ ਵਾਂਗੂ ਪਾਜੀ ਤਾਂ ਸਮਝ ਲੈਣਗੇ ਨਾ ਉਹ ਗੁਰੂ ਜੀ। ਵਜ਼ੀਰ, ਫਿਰ ਇਸ ਦਾ ਕੀ ਡਰ ਹੈ? ਜੋ ਸਮਝਣ ਸਮਝਣ, ਸਾਡੀ ਦੁਵੱਲੀ ਰਹਿ ਆਓ। ਰਾਏ, ਪਰ ਮੈਂ ਪਾਜੀ ਨਹੀਂ ਹਾਂ, ਮੈਂ ਇਨਸਾਨ ਹਾਂ, ਰਾਜਪੂਤ ਹਾਂ। ਮੈਂ ਜਾਣਦਾ ਹਾਂ ਕਿ ਗੁਰੂ ਸੱਚ ਤੇ ਖੜਾ ਹੈ, ਅਦੂਖਣ ਤੇ ਅਦੋਸ਼ ਹੈ, ਦੇਸ਼ ਤੇ ਪਰਜਾ ਦਾ ਹਿਤਕਾਰੀ ਹੈ। ਉਸਦੇ ਯੁੱਧ ਸਾਰੇ ਧਰਮ ਯੁੱਧ ਹਨ। ਮਲੇਛਾਂ ਦੀ ਗੁਲਾਮੀ ਦੀ ਜ਼ੰਜੀਰੀ ਕੱਟਣ ਲਈ ਆਪਾ ਹੂਲ ਰਿਹਾ ਹੈ। ਹਾਂ, ਉਹ ਮਰਦ ਹੈ, ਪੂਰਾ ਆਉਣ ਵਾਲਾ, ਸ਼ਾਨ ਵਾਲਾ, ਬਚਨ ਵਾਲਾ, ਜਿੰਦ ਹਲੂਣੋਂ ਨਾ ਜਚਣ ਵਾਲਾ। ਕਦੇ ਬਦੀ ਦੇ ਕੁਛੜ ਨਹੀਂ ਚੜਦਾ, ਕਦੇ ਪਾਪ ਦੇ ਵੇੜੇ ਨਹੀਂ ਵੜਦਾ। ਹਾਂ, ਉਹ ਆਪਣੇ ਆਪ ਵਿੱਚ ਸੁਖੀ ਹੈ। ਸੁੱਖਾਂ ਨੂੰ ਪਿੱਠ ਦੇ ਕੇ ਦੁੱਖਾਂ ਦੇ ਖੇੜੇ ਆਪ ਵੜਦਾ ਤੇ ਦੁੱਖਾਂ ਨੂੰ ਵੰਗਾਰ ਵੰਗਾਰ ਕੇ ਉਹਨਾਂ ਨਾਲ ਘੁਲਦਾ ਹੈ। ਉਸ ਦੀ ਨਜ਼ਰ ਵਿੱਚ ਆਪ ਨੂੰ ਪਾਜੀ ਬਣਾਉਣਾ ਮਰਨ ਥੀ ਅਗਦੀ ਮਰ ਜਾਣਾ ਹੈ। ਉਹ ਮੌਤ ਇੱਕ ਛਿਨ ਦਾ ਤਸੀਹਾ ਹੈ, ਇਹ ਮੌਤ ਛਿਨ ਛਿਨ ਦੀ ਮੌਤ ਹੈ। ਹਾਂ, ਜਿੰਨੀਆਂ ਕੋ ਛਿੰਨਾ ਹੋਰ ਜੀਵਦੇ ਰਹਿਣਾ ਹੈ, ਮਰਦੇ ਹੀ ਰਹਿਣਾ ਹੈ ਅਤੇ ਇਸ ਦਾ ਨਕਸ਼ਾ ਨਾਲ ਲੈ ਜਾਣਾ ਹੈ। ਮੌਤ ਦੇ ਘਾੜ ਤੋਂ ਵੀ ਪਾਰ ਆਪਣੇ ਨਾਲ। ਦੱਸ, ਮੈਂ ਇਸ ਕਰਕੇ ਵੀ ਨਾ ਮਿਟ ਸਕਣ ਵਾਲੀ ਮੌਤ ਤੇ ਕਿਵੇਂ ਮਰਾਂ? ਰਾਏ ਜੀ ਦੇ ਨੈਣ ਬਦਲ ਗਏ, ਰੋ ਪਲਟ ਕੇ ਫਿਰ ਬੰਦ ਹੋ ਗਏ। ਵਜ਼ੀਰ ਕੰਬ ਗਿਆ। ਝੂਠ ਦੀ ਕੰਨ ਤੇ ਉਸਰੀ ਨੀਤੀ ਦੀ ਮਾੜੀ ਇਸ ਹਨੇਰੀ ਦੇ ਬੁੱਲੇ ਨਾਲ ਡੋਲ ਖਲੋਤੀ। ਰਾਏ, ਹੁਣ ਫਿਰ ਨਿਰਮਲ ਹੋਏ ਨੈਣਾ ਨਾਲ ਤੱਕ ਕੇ, ਹਾਂ ਵਜ਼ੀਰ ਜੀ, ਕੀ ਹੈ ਹੱਲ ਉਸ ਮੁਸ਼ਕਲ ਦਾ ਜੋ ਲਿਆਏ ਹੋ? ਵਜ਼ੀਰ, ਫਿਰ ਤਾਂ ਰਸਤਾ ਸਾਫ਼ ਹੈ, ਵੱਡਿਆਂ ਵਾਲਾ। ਅਸੀਂ ਦੂਤ ਨੂੰ ਨਾ ਕਰਦੇ ਹਾਂ ਕਿ ਬਈ ਸਾਥੋਂ ਇਹ ਗੱਲ ਹੋਣੀ ਜੋ ਤੁਸੀਂ ਆਖਦੇ ਹੋ ਮੁਸ਼ਕਿਲ ਹੈ, ਤੇ ਇਸ ਬਦਲੇ ਜੋ ਆਵੇਗੀ ਸਹਾਂਗੇ। ਲੋੜ ਪਈ ਸੁਰਖਰੋਈ ਨਾਲ ਸਨਮੁਖ ਹੋ ਸੂਰਬੀਰਤਾ ਦੇ ਚੰਨ ਨੂੰ 4 ਚੰਦ ਹੋਰ ਲਾ ਟੁਰਾਂਗੇ। ਰਾਏ, ਹਾਂ, ਕਹਿ ਦਿਓ ਦੂਤ ਨੂੰ ਕਿ ਅਸੀਂ ਭਰਾਵਾਂ ਨਾਲ। ਵਜ਼ੀਰ ਗੱਲ ਟੁੱਕੇ, ਪਰ ਰਾਜਨ, ਆਪ ਨੂੰ ਗੁਰੂ ਨਾਲ ਇੰਨਾ ਪੱਖ ਕਿਉਂ ਹੋ ਗਿਆ ਹੈ? ਰਾਏ, ਗੁਰੂ ਨਾਲ ਪੱਖ, ਸੱਚ ਨਾਲ ਪੱਖ, ਧਰਮ ਨਾਲ ਪੱਖ, ਨਿਰਦੋਸ਼ਤਾ ਨਾਲ ਪੱਖ। ਗੁਰੂ ਨਾਲ ਪੱਖ ਕੋਈ ਨਹੀਂ। ਨਹੀਂ, ਗੁਰੂ ਨਾਲ ਵੀ ਪੱਖ ਹੈ। ਗੁਰੂ ਜੋ ਹੋਇਆ, ਜੇ ਗੁਰੂ ਹੋਵੇ ਰਾਜਾ, ਪਖਵਾਦੀ, ਭੂਮੀਆਂ, ਤਾਂ ਤੋਲਾਂ ਜੋਖਾਂ। ਗੁਰੂ ਹੈ ਸੱਚਾ, ਆਪ ਗੁਰੂ, ਸਦਾ ਖੜਾ ਨੇਕੀ ਉੱਤੇ, ਉਸ ਲਈ ਕੀ ਸੋਚਾਂ? ਗੁਰੂ ਦਾ ਪੱਖ ਸਾਰੇ ਭਲਿਆਂ ਦਾ ਧਰਮ ਹੈ। ਕਿਵੇਂ ਸਹੀ ਕੀਤਾ ਨੇ ਕਿ ਗੁਰੂ ਹੈ ਗੁਰੂ, ਗੁਰੂ ਹੈ ਸੱਚ। ਰਾਏ, ਆਸਾ ਦੀ ਵਾਰ ਦਾ ਗੁਟਕਾ ਹਿੰਦੀ ਵਿੱਚ ਲਿਖਿਆ ਹੋਇਆ ਅੱਗੇ ਤਰ ਕੇ। ਵਜ਼ੀਰ, ਇਹ ਪੜ੍ਹ। ਇਹ ਹੈ ਝੂਠ, ਕਪਟ, ਫਰੇਬ, ਬਨਾਵਟ ਅਤੇ ਗਿਰਾਵ ਦੇ ਰੋਗਾਂ ਦੀ ਚਿਕਿਤਸਾ ਦੀ ਪੋਥੀ। ਵਜ਼ੀਰ ਨੇ ਪੋਥੀ ਲੈ ਕੇ ਅਦਬ ਨਾਲ ਸਿਰ ਤੇ ਰੱਖੀ ਤੇ ਮੱਥੇ ਨਾਲ ਲਾਈ। ਰਾਏ, ਸਿਰ ਤੇ ਰੱਖੀ ਤਾਂ ਮੈਂ ਡਿੱਠੀ, ਪਰ ਜੇ ਇਸ ਨੂੰ ਕਲੇਜੇ ਵਿੱਚ ਰੱਖੇ ਤਾਂ ਆਪ ਪਿਆ ਵੇਖੇਗਾ। ਵਜ਼ੀਰ, ਜਿਵੇਂ ਹੁਕਮ ਹੈ ਹੋਸੀ। ਜਾਪਦਾ ਹੈ ਕਿ ਇਸ ਨੇ
ਗੁਰੂ ਗੌਰਵਤਾ ਆਪ ਨੂੰ ਦਾਨ ਕੀਤੀ ਹੈ, ਸ਼ੁਭ ਹੋਇਆ ਹੈ, ਹੁਣ ਕਿਵੇਂ ਆ ਗਿਆ ਹੈ? ਰਾਏ, ਕਹਿ ਦਿਓ ਕਿ ਮੈਂ ਭਰਾਵਾਂ ਤੋਂ ਨਾਬਰ ਨਹੀਂ, ਪਰ ਮੇਰੇ ਭਾਗਾਂ ਵਿੱਚ ਲਿਖਿਆ ਹੈ ਕਿ ਮਹਾਭਾਰਤ ਦੇ ਯੁੱਧ ਵਿੱਚ ਮੈਂ ਉਹਨਾਂ ਦੇ ਹਿੱਸੇ ਆਇਆ ਸਾਂ ਜਿਨ੍ਹਾਂ ਦੇ ਭਾਗ ਕ੍ਰਿਸ਼ਨ ਜੀ ਆਏ ਸਨ। ਇਹ ਥੋੜ੍ਹੇ ਜਿਹੇ ਅੱਖਰ ਕਿਸੇ ਅਹਿਲ ਸੁਰ ਨਾਲ, ਕਿਸੇ ਨੈਣਾ ਦੀ ਤੇਜਮਈ ਦਮਕ ਨਾਲ ਤੇ ਕਿਸੇ ਜੱਬੇ ਭਰੇ ਚਿਹਰੇ ਦੀ ਬਣਤ ਨਾਲ ਕਹੇ ਗਏ ਸਨ ਕਿ ਵਜ਼ੀਰ ਨੇ ਤਾੜ ਲਿਆ ਕਿ ਹੁਣ ਹੋਰ ਉਲਟਾਵ ਰਾਏ ਨਾਲ ਕਰਨਾ ਰਾਏ ਨੂੰ ਆਪ ਗੁੱਸੇ ਦੀ ਮਾੜੀ ਚਾੜਨਾ ਹੋਵੇਗਾ। ਸੋ ਇਹ ਕਹਿ ਕੇ ਸਿਰ ਨਿਵਾ ਕੇ ਟੁਰ ਪਿਆ, ਜਿਵੇਂ ਹੁਕਮ ਰਾਜ ਰਾਜੇਸ਼ਵਰ ਜੀ ਦਾ। ਵਜ਼ੀਰ ਨੇ ਘਰ ਜਾ ਕੇ ਦੂਤ ਨੂੰ ਬਹੁਤ ਪਿਆਰ ਕੀਤਾ, ਖਾਤਰ ਕੀਤੀ, ਕੁਛ ਦਿੱਤਾ ਤੇ ਆਖਿਆ ਕਿ ਮਹਾਰਾਜ ਜੀ ਦਾ ਸਰੀਰ ਕੁਛ ਵੱਲ ਜਿਹਾ ਨਹੀਂ ਸੀ। ਸੰਦੇਸ਼ਾ ਸੁਣ ਕੇ ਆਖਿਆ ਨੇ ਰਾਮ ਭਲੀ ਕਰਨਗੇ। ਦੂਤ ਨੇ 2-4 ਵਾਰੀ ਕੋਈ ਮੋੜ ਘੇੜ ਕਰਕੇ ਅਸਲ ਅਰਥ ਸਮਝਣੇ ਚਾਹੇ, ਪਰ ਵਜ਼ੀਰ ਨੇ ਰਾਜੇ ਦੇ ਸਰੀਰ ਦਾ ਸੁਖੀ ਨਾ ਹੋਣੇ ਦਾ ਪੱਜ ਕਰਕੇ ਰਾਮ ਭਲੀ ਕਰਨਗੇ ਹੀ ਰਾਜੇ ਵੱਲੋਂ ਉਸ ਦਾ ਮੁਖਵਾਕ ਕਹਿ ਕੇ ਉਸ ਦੇ ਪੱਲੇ ਹੋਰ ਕੁਛ ਨਾ ਬਣਾਇਆ ਅਤੇ ਇਸ ਦੇ ਅਰਥ ਦੇ ਸਮਝਣ ਦੀ ਗੋਰਖ ਧੰਦਾ ਖੋਲ੍ਹਣੀ ਉਸ ਉੱਤੇ ਤੇ ਉਸ ਦੇ ਮਾਲਕ ਉੱਤੇ ਹੀ ਛੱਡ ਦਿੱਤੀ। ਪੇਸ਼ ਆਈ ਮੁਸ਼ਕਲ ਦਾ ਹੱਲ ਸੋਚਣਾ ਵਜ਼ੀਰ ਲਈ ਹੋਰ ਔਖਾ ਹੋ ਗਿਆ ਸੀ। ਰਾਏ ਦੇ ਦਿਲ ਦਾ ਮਿਲਾਨ ਉਸਨੇ ਡਿੱਠਾ ਕਿ ਗੁਰੂ ਜੀ ਦੇ ਕਦਮਾਂ ਵੱਲ ਹੋ ਗਿਆ ਹੈ ਤੇ ਆਪਣੀ ਕਰਨੀ ਕਰਤੂਤ ਦੀ ਨੀਂਹ ਹੁਣ ਸੱਚ ਉੱਤੇ ਲਿਜਾ ਰਿਹਾ ਹੈ, ਤਾਂ ਵਜ਼ੀਰ ਲਈ ਨੀਤੀ ਦਾ ਨਿਭਾਅ ਹੋਰ ਕਠਨ ਹੋ ਗਿਆ। ਉਹ ਨੀਤੀ ਜਿਸ ਦੀ ਨੀਂਹ ਸੱਚ ਤੇ ਹੋਵੇ, ਵਜ਼ੀਰ ਨੂੰ ਦਿਸ ਰਿਹਾ ਸੀ ਕਿ ਮਹਾ ਕਠਨ ਕੰਮ ਹੈ। ਝੂਠ ਸੱਚ ਦਾ ਵੱਟਾ ਸੱਟਾ ਕਰਕੇ, ਬੱਦੀ ਨਾਲ ਕੁਛ ਮੇਲ ਕਰਕੇ, ਕੁਛ ਵਖੇਵਾਂ ਰੱਖ ਕੇ, ਕਦੇ ਸੌਦਾ ਵਟਾਂਦਰਾ ਕਰਕੇ ਕੰਮ ਸਾਰ ਦੇਣ ਵਾਲੀ ਨੀਤੀ ਦਾ ਤਾਂ ਵਜ਼ੀਰ ਜਾਣੂ ਸੀ, ਪਰ ਸੱਚ ਦੇ ਕਦਮਾਂ ਉੱਤੇ ਖੜੀ ਨੀਤੀ ਦੇ ਨਿਭਾਅ ਵਿੱਚ ਉਸਨੂੰ ਬੜੀ ਸੁਥਰੀ ਤੇ ਅਸਲੀ ਬੁੱਧੀ ਦੀ ਲੋੜ ਦਿਸ ਰਹੀ ਸੀ। ਕੀ ਕੁ ਹੋਵੇ ਕਿ ਰਾਏ ਦੇ ਖਿਆਲ ਵਿੱਚ ਆਏ ਸੱਚ ਦਾ ਤੇ ਮਨ ਦੀ ਆਨ ਦਾ ਨਿਭਾਅ ਵੀ ਹੋਵੇ ਤੇ ਗਿਰੇ ਹੋਏ ਰਾਜਿਆਂ ਵਿੱਚ ਤੇ ਵਿਦੇਸ਼ੀ ਪਾਤਸ਼ਾਹ ਦੀ ਗੁਲਾਮੀ ਵਿੱਚ ਵੀ ਸਭ ਨਾਲ ਨਿਭਾਵੇ। ਮੈਂ ਵੀ ਵਜ਼ੀਰ ਹਾਂ ਤੇ ਮੇਰੇ ਮਾਲਕ ਦਾ, ਜਿਸ ਦਾ ਮੈਂ ਲੂਣ ਖਾਦਾ ਹੈ, ਰਾਜ ਭਾਗ ਵੀ ਬਣਿਆ ਰਹੇ। ਪਾਤਸ਼ਾਹ ਸਿੱਖਾਂ ਨੂੰ ਦੇਖ ਨਹੀਂ ਸੁਖਾਉਂਦਾ। ਉਹਨਾਂ ਦੇ ਵੱਡੇ ਆਗੂ 9ਵੇਂ ਗੁਰੂ ਜੀ ਨੂੰ ਸ਼ਹਾਦਤ ਦਾ ਪਿਆਲਾ ਦੇ ਚੁੱਕਾ ਹੈ। ਹੁਣ ਉਹਨਾਂ ਦੇ ਉੱਚੇ ਸਿਰ ਕੱਢਦੇ ਸਾਹਿਬਜ਼ਾਦੇ ਦੇ ਦੁਆਲੇ ਹੈ। ਕਦੇ ਸ਼ਾਹੀ ਇਸ਼ਾਰਿਆਂ ਹੇਠ ਹਿੰਦੂ ਰਜਵਾੜੇ ਉਸ ਦੇ ਜਾ ਦੁਆਲੇ ਹੁੰਦੇ ਹਨ, ਕਦੇ ਸੂਬੇਦਾਰ ਖੁੱਲਮ ਖੁੱਲਾ ਫੌਜਾਂ ਲੈ ਆਉਂਦਾ ਹੈ। ਇੱਧਰ ਫਕੀਰੀ ਠਾਠ ਹੈ, ਉੱਧਰ ਪਾਤਸ਼ਾਹੀ ਸੈਨਾ, ਦੌਲਤ ਤੇ ਸਾਮਾਨ ਹੈ। ਕਦ ਤੱਕ? ਆਖਿਰ ਇਹਨਾਂ ਮਾਸ ਖਾਣਿਆਂ ਮੁਕਾ ਹੀ ਕੱਟਣਾ ਹੈ। ਗੁਰੂ ਨੇ ਕਦੀ ਸੱਚ ਤੋਂ ਹਿੱਲਣਾ ਨਹੀਂ, ਕਿਸੇ ਥਾਂ ਜਾ ਕੇ ਅਸਤ ਨਾਲ ਬਣਤ ਬਣਾਉਤ ਨਹੀਂ ਕਰਨੀ, ਪਰ ਤੱਕ ਹੈ ਕਿ ਕਿਸੇ ਨਾ ਕਿਸੇ ਦਿਨ ਸਮਾਪਤੀ ਹੋਣੀ ਹੈ। ਤੇ ਜੇ ਰਾਏ ਸਾਡਾ ਵੀ ਇਸੇ ਰੁਖ ਪੈ ਗਿਆ ਤਾਂ ਭਗਵਾਨ ਹੀ ਰੱਖਿਆ ਕਰੇ, ਪਤਾ ਨਹੀਂ ਸਾਡਾ ਕੀ ਬਣੇਗਾ। ਇਹਨਾਂ ਸੋਚਾਂ ਵਿੱਚ ਵਜ਼ੀਰ ਨੂੰ ਉਸ ਚਿਕਿਤਸਾ ਦੀ ਪੋਥੀ ਦਾ ਚੇਤਾ ਆ ਗਿਆ ਜੋ ਰਾਏ ਨੇ ਦਿੱਤੀ ਸੀ। ਸੋਚਣ ਲੱਗਾ ਕਿ ਉਹ ਰਾਏ ਦੀ ਦਿੱਤੀ ਪੋਥੀ ਪੜ੍ਹਾਂ, ਵੇਖਾਂ ਮਤੇ ਇਸ ਵਿੱਚੋਂ ਕੋਈ ਰਾਹ ਲੱਭੇ। ਹੋਵੇ ਨਾ ਤਾਂ ਇਹ ਤਾਂ ਥਾਉ ਪਊ ਕਿ ਰਾਏ ਦੇ ਖਿਆਲਾਂ ਦਾ ਆਸਰਾ ਅੱਜ-ਕੱਲ੍ਹ ਕਿਸ ਪ੍ਰਕਾਰ ਦੇ ਵਿਚਾਰਾਂ ਤੇ ਹੈ। ਭਾਵੇਂ ਹੁਣ ਰਾਤ ਪੈ ਰਹੀ ਸੀ, ਪਰ ਸ਼ਮਾਦਾਨ ਦੇ ਸਾਹਮਣੇ ਵਜ਼ੀਰ ਪੋਥੀ ਪੜ੍ਹਨ ਬੈਠ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।